ਕਾਂਡ 12ਵਾਂ। ਇਹ ਪਹਾੜੀਆਂ ਵਿੱਚੋਂ ਲੰਘਦਾ ਭੀੜਾ ਰਸਤਾ ਸੀ। ਜਦੋਂ ਇਹਨਾਂ ਵਿੱਚੋਂ ਦੀ ਲੰਘੋ ਜਿਵੇਂ ਤੁਸੀਂ ਕਿਸੇ ਬਾਗ ਦੇ ਜਬਾੜੇ ਵਿੱਚ ਆ ਗਏ ਹੋਵੋ। ਇਸ ਰਸਤੇ ਦੇ ਇੱਕ ਪਾਸਿਓਂ ਡੂੰਘੇ ਬਰਸਾਤੀ ਚੋਏ ਲੰਘਦੇ। ਇਹਨਾਂ ਨੂੰ ਪਾਰ ਕਰਦੇ ਸਾਰ ਹੀ ਉੱਪਰ ਇੱਕ ਹਥੇਲੀ ਵਾਂਗ ਉੱਭਰੀ ਜਗ੍ਹਾ ਦਿਸਦੀ। ਪਹਾੜੀਆਂ ਦੀ ਓਟ ਨਾਲ ਜਿਹੜੀਆਂ ਆਵਾਜ਼ਾਂ ਸੁਣ ਨਹੀਂ ਸੀ ਰਹੀਆਂ, ਉਹ ਅਚਾਨਕ ਹੀ ਇੱਥੇ ਆ ਕੇ ਸੁਣਨ ਲੱਗੀਆਂ। ਇਸ ਜਗ੍ਹਾ ਦੀ ਬਣਤਰ ਅਜਿਹੀ ਸੀ ਕਿ ਉੱਪਰੋਂ ਆਉਂਦੀਆਂ ਆਵਾਜ਼ਾਂ ਥੱਲੇ ਵਗਦੇ ਚੋਇਆਂ ਵੱਲ ਨਿਕਲ ਜਾਂਦੀਆਂ ਤੇ ਇਸ ਪਗਡੰਡੀ ਨੂੰ ਉਦੋਂ ਹੀ ਸੁਣਦੀਆਂ ਜਦੋਂ ਇਹ ਬਿਲਕੁਲ ਉੱਪਰ ਜਾ ਪਹੁੰਚਦੀ। ਆਵਾਜ਼ਾਂ ਬਹੁਤ ਉੱਚੀ ਸਨ। ਚੀਖਾਂ, ਕੁਰਲਾਹਟਾਂ, ਜ਼ੋਰ-ਜ਼ੋਰ ਦੀ ਗਲਾ ਫਾੜ ਕੇ ਆਪਣੇ ਅੰਦਰੋਂ ਕੁਝ ਕੱਢਣ ਦੀ ਕੋਸ਼ਿਸ਼ ਜਾਪਦੀ ਸੀ। ਅੱਗੇ ਚੱਲਦੇ ਬਾਬੇ ਤੋਂ ਬਿਨਾਂ ਜਿਹੜੀ ਜਗ੍ਹਾ ਬਚੀ ਸੀ, ਉਸ ਰਾਹੀਂ ਮਰਦਾਨੇ ਨੇ ਵੇਖਿਆ ਦੂਰ ਤੱਕ ਧੂਣੀਆਂ ਧੁਖ ਰਹੀਆਂ ਸਨ। ਸਿਰੇ ਤੱਕ ਲੰਬੀ ਚਿਮਟਿਆਂ ਦੀ ਕਤਾਰ ਸਾਹਮਣੇ ਇੱਕ ਦਿਓ ਆਕਾਰ ਸਿਰ ਤੇ ਦਾੜ੍ਹੀ ਨਾਲ ਇੱਕੋ ਜਿਹਾ ਦਿਸਦਾ ਚਿਹਰਾ ਬੈਠਾ ਸੀ। ਉਹਦੇ ਦੋਵੇਂ ਪਾਸੀਂ ਅੰਗਿਆਰਿਆਂ ਦੇ ਢੇਰ ਸਨ। ਜਿਸ ਵੱਲ ਉਹਦਾ ਜੀਅ ਕਰਦਾ ਉਸ ਵੱਲ ਉਹ ਚਿਮਟੇ ਨਾਲ ਅੰਗਿਆਰ ਸੁੱਟਦਾ। ਸਮੂਹ ਵਿੱਚ ਖੜਾ ਉਹ ਬੰਦਾ ਅੰਗਿਆਰ ਚੁੱਕਦਾ ਤੇ ਅੱਗੇ ਵਿਛੇ ਹੋਏ ਅੰਗਿਆਰਾਂ ਦੇ ਰਾਹ ਉੱਪਰ ਤੁਰਨ ਲੱਗਦਾ। ਇਹ ਅੰਗਿਆਰਾਂ ਦਾ ਰਾਹ ਘੁੰਮ ਕੇ ਜਦੋਂ ਉਸ ਗੁਰੂ ਕੋਲੋਂ ਲੰਘਦਾ ਤਾਂ ਉਹ ਇੱਕ ਤਾਜ਼ੇ ਗਰਮ ਕੋਲਿਆਂ ਦਾ ਪਰਾਗਾ ਉਸ ਉੱਪਰ ਸੁੱਟਦਾ। ਇਹ ਉਹ ਚੀਖਾਂ ਕੁਰਲਾਹਟਾਂ ਸਨ ਜੋ ਜ਼ਿਆਦਾ ਉੱਚੀ ਸੁਣਦੀਆਂ ਸਨ। ਸਿਰੇ ਉੱਤੇ ਸਰਕੜੇ ਦਾ ਵਿਛਿਆ ਬਿਸਤਰਾ ਸੀ, ਜਿਸ ਉੱਤੇ ਜਾ ਕੇ ਉਹ ਲਿਟਦਾ। ਛਾਲਿਆਂ ਨੂੰ ਚੀਰਦਾ ਸਰਕੜਾ ਪੂਰੇ ਪਿੰਡੇ ਨੂੰ ਲਹੂ ਲੁਹਾਨ ਕਰ ਦਿੰਦਾ। ਉਸ ਤੋਂ ਅੱਗੇ ਇੱਕ ਠੰਡੇ ਪਾਣੀ ਦੀ ਬਾਲਟੀ ਉਹਦੇ ਸਿਰ ਉੱਪਰ ਦੀ ਪਾਈ ਜਾਂਦੀ। ਉਹ ਦੁਬਾਰਾ ਉਸ ਦਿਓ ਆਕਾਰ ਬੰਦੇ ਸਾਹਮਣੇ ਜਾਂਦਾ ਤਾਂ ਉਹਦੀ ਚੀਖ ਦੀ ਆਵਾਜ਼ ਸੁਣਦੀ। ਘਰ ਆਇਆ ਪਾਰ ਦੁਨਿਆਵੀ ਨਰਕ, ਬੋਲ ਓਮ। ਫਿਰ ਆਲੇ ਦੁਆਲੇ ਖੜੇ ਬੰਦੇ ਫੂਕੇ ਸਰੀਰ ਵੱਲ ਵੇਖ ਕੇ ਉੱਚੀ ਉੱਚੀ ਚੀਖਦੇ, ਓਮ ਓਮ ਓਮ। ਚੁਫੇਰੇ ਮਾਸ ਦੀ ਗੰਧ ਆ ਰਹੀ ਸੀ। ਰੱਬ ਨੂੰ ਪਾਉਣ ਦੇ ਔਖੇ ਰਾਹ ਤਾਂ ਮਰਦਾਨੇ ਨੇ ਵੇਖੇ ਸੁਣੇ ਸਨ, ਪਰ ਇਸ ਤਰ੍ਹਾਂ ਸਰੀਰਾਂ ਨਾਲ ਲਾਪਰਵਾਹੀ ਪਹਿਲੀ ਵਾਰ ਵੇਖੀ ਸੀ। ਅੱਗੇ ਚੱਲਦੇ ਬਾਬੇ ਤੋਂ ਪਹਿਲਾਂ ਇੱਕ ਪੁਰਾਣੇ ਕਾਲੇ ਹੋਏ ਚਟਾਕਾਂ ਵਾਲਾ ਚਿਹਰਾ ਸਾਹਮਣੇ ਬਾਹਾਂ ਖਿਲਾਰ ਖੜਾ ਸੀ। ਇੱਥੇ ਸਾਜ਼ ਨਹੀਂ, ਬੈਰਾਗ ਚੱਲਦਾ ਏ। ਜਦੋਂ ਮਰਦਾਨਾ ਰੋਕੇ ਹੋਏ ਬਾਬਾ ਕੋਲ ਪਹੁੰਚਿਆ, ਉਦੋਂ ਤੱਕ ਉਹ ਪੱਥਰ ਉੱਤੇ ਬੈਠ ਗਿਆ ਸੀ। ਚੁਫੇਰੇ ਪੱਥਰ ਹੀ ਪੱਥਰ ਸਨ, ਨੁਕੀਲੇ, ਤਿੱਖੇ, ਚੌਰਸ, ਜਿਵੇਂ ਬਣਨ ਵੇਲੇ ਹੀ ਘੜ ਦਿੱਤੇ ਗਏ ਹੋਣ। ਜਿਸ ਪੱਥਰ ਉੱਤੇ ਬਾਬਾ ਬੈਠਾ ਸੀ, ਮਰਦਾਨਾ ਸੋਚਦਾ ਸੋਚਦਾ ਉਹਦੇ ਪਿੱਛੇ ਖੜ ਗਿਆ। ਚੁਫੇਰੇ ਅੱਗ ਦਾ ਸੇਕ ਸੀ, ਉਸ ਤੋਂ ਜ਼ਿਆਦਾ ਧੂੰਆਂ ਸੀ। ਲਾਲ ਅੱਖਾਂ ਵਾਲੇ ਚਿਹਰੇ ਇੱਧਰ ਉੱਧਰ ਘੂਰਦੇ, ਪਰ ਕੁਝ ਦੀ ਕੋਲਿਆਂ ਉੱਪਰ ਚੱਲਣ ਦੀ ਵਾਰੀ ਹਲੇ ਆਉਣੀ ਸੀ। ਚਟਾਕਾਂ ਵਾਲਾ ਚਿਹਰਾ ਹਾਲੇ ਉਹਨਾਂ ਸਾਹਮਣੇ ਖੜਾ ਸੀ। ਸ਼ਾਇਦ ਅਜਿਹਾ ਗੁਰੂ ਦਾ ਹੁਕਮ ਸੀ। ਕੌਣ ਆਇਆ ਪਰਾਇਆ? ਸੇਕ ਨਾਲ ਅੰਨਾ ਹੋਇਆ ਇੱਕ ਬਿਰਧ ਬਿੜਕਦੀ ਪਛਾਣ ਨਾਲ ਬੋਲਿਆ, ਕੋਈ ਨਾਨਕ ਤਪਾਏ ਆਪਣੇ ਸਾਜੀ ਨਾਲ। ਸਿਆਲ ਦੀ ਠੰਡੀ ਸ਼ਾਮ ਚੁਫੇਰੇ ਖੜੇ ਦਰਖਤਾਂ ਦੇ ਲੰਬੇ ਪਰਛਾਵਿਆਂ ਨਾਲ ਹੋਰ ਠੰਡ ਹੋ ਗਈ। ਰਾਤ ਦੀਆਂ ਥੱਕੀਆਂ ਚਮਗਿੱਦੜਾਂ ਨੂੰ ਇੱਕ ਬਾਂਦਰ ਜ਼ੋਰ-ਜ਼ੋਰ ਦੀ ਹਿਲਾਉਂਦਾ, ਕਦੇ ਆਏ ਮਹਿਮਾਨਾਂ ਵੱਲ ਝਾਕਦਾ। ਪੁੱਠੀਆਂ ਲਟਕਦੀਆਂ ਚਮਗਿੱਦੜਾਂ ਸ਼ਾਇਦ ਅਜਿਹੇ ਝਟਕਿਆਂ ਦੀਆਂ ਆਦੀ ਸਨ। ਬਾਂਦਰ ਨੂੰ ਇਹ ਨਹੀਂ ਸੀ ਪਤਾ ਕਿ ਕਿਸੇ ਲਈ ਹੁਣ ਰਾਤ ਹੈ। ਹੁਣ ਵੱਡੇ ਪੱਥਰ ਉੱਤੇ ਬੈਠਾ ਉਹ ਲਾਲ ਚਿਹਰਾ ਅੱਗੇ ਆਇਆ। ਉਹ ਸ਼ਾਇਦ ਇਸ ਉਡੀਕ ਵਿੱਚ ਸੀ ਕਿ ਮਹਿਮਾਨ ਉਹਦੇ ਸਾਹਮਣੇ ਆ ਕੇ ਖੜਾ ਹੋਵੇਗਾ। ਉਹ ਕੁਝ ਦੇਰ ਇੱਕ ਟਿਕ ਬਾਬੇ ਵੱਲ ਵੇਖਦਾ ਰਿਹਾ। ਕਬੂਤਰ ਦੇ ਕੰਠ ਵਰਗਾ ਉਹਦਾ ਰੰਗ ਲਾਲ ਹੋਣ ਦੀ ਕੋਸ਼ਿਸ਼ ਵਿੱਚ ਸੀ। ਕਿਸ ਨੇ ਦੱਸਿਆ ਬ੍ਰਹਮਚਾਰੀਆਂ ਦਾ ਰਸਤਾ ਦੁਨੀਆ ਵਾਲਿਓ? ਅਸੀਂ ਤਾਂ ਉਹਦੇ ਹੁਕਮੀ ਹਾਂ। ਰਸਤਾ ਵੀ ਉਹਨੇ ਹੀ ਦੱਸਿਆ। ਸਰੀਰ ਉੱਤੇ ਕੋਈ ਦਾਗ ਨਹੀਂ, ਚਟਾਕ ਨਹੀਂ, ਨਿਸ਼ਾਨ ਨਹੀਂ। ਸਾਧਨਾ ਕਿੱਥੇ ਕੀਤੀ ਏ?
ਬੜੇ ਨਿਖਰੇ ਫਿਰਦੇ ਹੋ। ਉਹਦੇ ਮਿਲਾਪ ਨਾਲ ਦਾਗ ਮਿਟ ਗਏ ਨੇ। ਪਿੱਠ ਪਿੱਛੇ ਬੈਠਾ ਮਰਦਾਨਾ ਬਰਾਬਰ ਵਾਲੇ ਪੱਥਰ ਉੱਤੇ ਆ ਬੈਠਿਆ ਤਾਂ ਜੋ ਬਾਬੇ ਦਾ ਬੋਲਦਾ ਚਿਹਰਾ ਦਿਸ ਸਕੇ। ਰੱਬ ਨੂੰ ਦੁੱਖ ਕਾਰਨ ਖੋਜ ਰਹੇ ਹੋ? ਦਇਆ ਦੀ ਮਰਿਆਦਾ ਵਿੱਚ ਇਹ ਬਾਬੇ ਦੀ ਪਹਿਲੀ ਆਵਾਜ਼ ਸੀ। ਤੇਰਾ ਮਤ ਕੀ ਏ? ਹੰਕਾਰ ਨੇ ਨਿਮਰਤਾ ਤੋਂ ਉਲਟ ਸਵਾਲ ਕੀਤਾ। ਮੇਰਾ ਮਤ ਪ੍ਰੇਮ ਏ। ਮੈਨੂੰ ਸਾਹਮਣੇ ਮੇਰਾ ਸਰੀਰ ਪਿਆ ਦਿਸਦਾ। ਮੈਂ ਆਪਣੀਆਂ ਦੋਵੇਂ ਅੱਖਾਂ ਆਪ ਵੇਖ ਸਕਦਾ। ਮੈਨੂੰ ਪ੍ਰੇਮ ਸਿਖਾ ਰਹੇ ਹੋ? ਉਹ ਗੋਡਣੀਆਂ ਭਰ ਹੋ ਗਿਆ ਸੀ। ਮੈਂ ਸਰੀਰ ਹਾਂ। ਇਹੋ ਤਾਂ ਵਾਸ਼ਨਾ ਦਾ ਪ੍ਰਮਾਣ ਹੈ। ਦੁੱਖ ਨੂੰ ਧਾਰਮਿਕ ਬਣਾਉਣ ਦੀ ਜਿੱਦ ਵਿੱਚ ਹੋ, ਫਿਰ ਆਪ ਹੀ ਆਪਣੇ ਸਿਰਜੇ ਦੁੱਖਾਂ ਦੇ ਕਾਰਨ ਲੱਭਦੇ ਹੋ। ਸਰੀਰ ਦੁੱਖ ਵਰਗਾ ਹੀ ਹੈ। ਜਿਸ ਤਰ੍ਹਾਂ ਰਾਤ ਕੋਲ ਇੱਕ ਹੀ ਪਹਿਰਾਵਾ ਹੈ, ਹਨੇਰਾ। ਸਰੀਰ ਵੀ ਦੁੱਖਾਂ ਦਾ ਹੀ ਓੜਨਾ ਏ। ਵਾਸ਼ਨਾ ਦੀ ਵਡਿਆਈ ਕਰਦੇ ਹੋ। ਰਾਤ ਕੋਲ ਗਹਿਣੇ ਬੜੇ ਨੇ, ਜ਼ਰਾ ਨਜ਼ਰ ਉਠਾ ਕੇ ਤਾਂ ਵੇਖੋ। ਅਜਿਹੇ ਵੇਲੇ ਬਾਬੇ ਦੀਆਂ ਅੱਖਾਂ ਵਿੱਚ ਇੱਕ ਨਿੱਤਰਿਆ ਵਰਤਮਾਨ ਦਿਸਦਾ ਏ, ਜਿਸ ਵਿੱਚ ਆਪਣਾ ਹੀ ਚਿਹਰਾ ਆਪਣੇ ਆਪ ਨੂੰ ਪਹਿਲਾਂ ਨਾਲੋਂ ਸੋਹਣਾ ਦਿਸਣ ਲੱਗ ਪੈਂਦਾ ਏ। ਮਰਦਾਨਾ ਖਿਸਕ ਕੇ ਬਾਬੇ ਦੇ ਸਾਹਮਣੇ ਵਾਲੇ ਪੱਥਰ ਉੱਤੇ ਚਲਾ ਗਿਆ। ਕੀ ਅਸੀਂ ਭੋਗ ਨੂੰ ਸਵੀਕਾਰ ਕਰ ਲਈਏ? ਕਿਸੇ ਕਲਪਨਾ ਨੇ ਉਹਦੇ ਪਿੰਡੇ ਨੂੰ ਝਟਕਿਆ। ਭੋਗ ਬੰਧਨ ਹੈ, ਉਪਯੋਗ ਬੰਧਨ ਨਹੀਂ ਹੈ। ਕੀ ਸਾਧਨਾ ਵੀ ਭੋਗ ਹੈ? ਤੁਸੀਂ ਸਾਧਨਾ ਰਾਹੀਂ ਵਾਸ਼ਨਾ ਖੋਜ ਰਹੇ ਹੋ। ਆਪਣੇ ਤੋਂ ਬਚਣ ਦਾ ਵੀ ਕੀ ਨਸ਼ਾ ਹੁੰਦਾ ਏ? ਇੱਕ ਆਨੰਦ ਅਜਿਹਾ ਵੀ ਹੈ ਜੋ ਕਿਸੇ ਉੱਪਰ ਨਿਰਭਰ ਨਹੀਂ ਕਰਦਾ। ਕੋਈ ਉਪਾਅ ਦੱਸੋ। ਉਹਦੀ ਉੱਠੀ ਹੋਈ ਗੋਡਣੀ ਧਰਤੀ ਨਾਲ ਜਾ ਲੱਗੀ। ਉਹਦਾ ਖੁੰਖਾਰ ਚਿਹਰਾ ਢਿੱਲਾ ਪੈ ਰਿਹਾ ਸੀ। ਕੁਝ ਪਕੜਿਆ, ਕੁਝ ਛੱਡਿਆ, ਦੋਵੇਂ ਬੰਧਨ। ਬਾਬਾ ਉਹਦੇ ਵੱਲ ਵੇਖ ਮੁਸਕਰਾ ਰਿਹਾ ਸੀ। ਆਪਣਾ ਹੀ ਮਨ ਏ, ਕਿਉਂ ਨਹੀਂ ਮੰਨੂ? ਉਹ ਉੱਚੀ ਉੱਚੀ ਹੱਸਿਆ। ਅੱਧ ਜਲੇ ਚਿਹਰੇ ਜੋ ਸੜਨ ਨਾਲ ਚੰਗੀ ਤਰ੍ਹਾਂ ਬੈਠ ਵੀ ਨਹੀਂ ਸੀ ਸਕਦੇ, ਉਹ ਵੀ ਖੁੱਲ੍ਹ ਕੇ ਹੱਸੇ। ਮਰਦਾਨੇ ਨੂੰ ਪਤਾ ਸੀ ਇਹ ਚੱਲਦੀਆਂ ਗੱਲਾਂ ਨੇ ਗਾਉਣ ਲੱਗ ਪੈਣਾ ਏ। ਉਹ ਪਿਛਲੇ ਪੱਥਰ ਉੱਤੇ ਪਈ ਰਬਾਬ ਚੁੱਕਣ ਤੁਰ ਪਿਆ। ਉੱਚੀਆਂ ਸਖਤ ਪਹਾੜੀਆਂ ਵਿੱਚ ਇੱਕ ਛੋਟੇ ਜਿਹੇ ਸਾਜ਼ ਨਾਲ ਹਲੀਮੀ ਆ ਗਈ ਸੀ। ਜਲੇ ਹੋਏ ਸਰੀਰ ਥੱਲੇ ਵਗਦੀ ਨਦੀ ਵੱਲ ਚਲੇ ਗਏ ਸਨ। ਲੰਬੇ ਸੰਗੀਤ ਦੀ ਚੁੱਪ ਤੋਂ ਬਾਅਦ ਕਿਸੇ ਨੇ ਉਹਨੂੰ ਬੁਲਾਇਆ। ਗੁਰ ਭਾਈ, ਅੱਜ ਕਈ ਮਹੀਨਿਆਂ ਬਾਅਦ ਆਪਣਾ ਭੁੱਲਿਆ ਨਾਂ ਫਿਰ ਸੁਣਿਆ। ਜੀ ਕੀਤਾ ਸ਼ੁੱਧ ਭੈਰਵੀ ਪੰਚਮ ਵਿੱਚ ਗਾਵਾਂ। ਫਿਰ ਬਾਬੇ ਦਾ ਅਗਲਾ ਅਲਾਪ ਸੁਣਿਆ। ਉਹ ਸਭ ਛੱਡਣ ਤਾਂ ਆਏ, ਪਰ ਇੱਕ ਜਗ੍ਹਾ ਆ ਕੇ ਰੁਕ ਗਏ। ਉਹਨਾਂ ਦੇ ਜਲੇ ਸਰੀਰਾਂ ਉੱਤੇ ਹਾਲੇ ਬਹੁਤ ਟੀਸ ਸੀ। ਇੱਥੋਂ ਹੋਰ ਸੰਪਰਦਾਵਾਂ ਦੀਆਂ ਜਗਾਵਾਂ ਨੇ। ਬਾਬਾ ਕੁਝ ਨਹੀਂ ਬੋਲਿਆ। ਉਹ ਚੱਲਦੇ ਰੁਕ ਗਏ ਤੇ ਬਾਬਾ ਚੱਲਦਾ ਅੱਗੇ ਲੰਘ ਗਿਆ, ਪਰ ਮਰਦਾਨੇ ਨੂੰ ਜਾਪਿਆ ਕਿ ਕੁਝ ਜ਼ਰੂਰ ਕਿਹਾ ਜਾਣਾ ਚਾਹੀਦਾ ਸੀ। ਅੱਗੇ ਇੱਕ ਵਗਦੀ ਪਾਣੀ ਦੀ ਬਾਰੀਕ ਧਾਰਾ ਚੱਲ ਰਹੀ ਸੀ। ਉਸ ਦੇ ਦੋਵੇਂ ਪਾਸੇ ਪਗਡੰਡੀਆਂ ਸਨ। ਪਗਡੰਡੀਆਂ ਦੇ ਪੈਰਾਂ ਉੱਪਰ ਸਿੱਧੇ ਉੱਚੇ ਪਹਾੜ ਖੜੇ ਸਨ, ਜਿਨ੍ਹਾਂ ਦੀਆਂ ਹੇਠਲੀਆਂ ਢਲਾਣਾਂ ਉੱਪਰ ਜੋਗੀਆਂ ਦੇ ਵਾੜੇ ਸਨ। ਫਿਰ ਵੀ ਵਗਦਾ ਪਾਣੀ ਬਾਹਰ ਨਿਕਲਣ ਦਾ ਰਾਹ ਦੱਸ ਰਿਹਾ ਸੀ। ਹਾਲੇ ਸੱਜਰੀ ਸਵੇਰ ਸੀ। ਪਹਾੜਾਂ ਦੇ ਠੰਡੇ ਚਿਹਰੇ ਕਾਂਬਾ ਛੇੜ ਰਹੇ ਸਨ। ਚੁਫੇਰੇ ਰਾਤ ਦੀਆਂ ਧੂਣੀਆਂ ਦੇ ਢੇਰ ਦਿਸ ਰਹੇ ਸਨ। ਜੋਗੀਆਂ ਦੀਆਂ ਬੁਝੀਆਂ ਰਾਤ ਦੀਆਂ ਢੇਰੀਆਂ ਨੂੰ ਫਰੋਲਦੀਆਂ ਚਿੜੀਆਂ ਕਿਤੇ ਕਿਤੇ ਨਿੱਘੀ ਰਾਖ ਉੱਪਰੋਂ ਜਲਦੀ ਨਾਲ ਪੰਜਾ ਚੁੱਕਦੀਆਂ ਤੇ ਕੋਸੇ ਭੁੱਜੇ ਹੋਏ ਦਾਣੇ ਦੇ ਸਵਾਦ ਨੂੰ ਵੰਡਦੀਆਂ ਚਹਿਕਣ ਲੱਗ ਪੈਂਦੀਆਂ। ਸਾਰੀ ਰਾਤ ਮਰਦਾਨੇ ਨੇ ਵੀ ਅਜਿਹੀ ਹੀ ਇੱਕ ਧੂਣੀ ਅੱਗੇ ਅੱਗ ਸੇਕੀ ਸੀ। ਜਦੋਂ ਗੱਲਾਂ ਮੁੱਕਦੀਆਂ ਤਾਂ ਉਹ ਫਿਰ ਕਹਿੰਦੇ, ਥੋੜਾ ਸਾਜ਼ ਹੀ ਸੁਣਾ ਦੇ। ਰੁਕਦੀ ਗੱਲ ਨੂੰ ਤੋੜ ਲੈਂਦੇ। ਉਹਨਾਂ ਨੂੰ ਇਹਦੀ ਆਦਤ ਕਿੰਨੀ ਛੇਤੀ ਪੈ ਗਈ ਸੀ। ਵੱਖ-ਵੱਖ ਟੋਲਿਆਂ ਵਿੱਚ ਵੱਡੇ ਉਹ ਚਿਹਰੇ ਸਾਜ਼ ਸੁਣਨ ਲਈ ਚੁੱਪ ਕਰ ਜਾਂਦੇ। ਬਾਬਾ ਤੇ ਗੁਰੂ ਦੇਰ ਰਾਤ ਤੱਕ ਗੱਲਾਂ ਕਰਦੇ ਰਹੇ। ਜੋਗੀ ਦੱਸ ਰਹੇ ਸਨ
कि अज असी किन्ने किन्ने सालां बाद अपने पिछले जीवन दीयां गल्लां कीतियां ने। जे संसार छुट्टिया ही नहीं तां पहाड़ां उपरों चलो साडे नाल। पैण लगे मरदाने ने अपने नाल दे जोगी नूं सवाल कीता सी। जे रब तेरे वर्गी सब नूं किस्मत दे देवे तां तेरे गुरु नूं इत्थे आउण दी की जरूरत सी। मरदाना देर तक सोचदा रहा। किसे दे आउण नाल किन्ना फर्क पै जांदा है। जद भी ओहदी जाग खुलदी बहुत सारे शरीरां तो हाले भी पासा नहीं सी वटिया जांदा। सवेरे कोई कह रहा सी, जलिया होया पासा दुखदा तां अगे भी सी, पर रात मन कहंदा सी कि जे दुखदा है तां बोल के दस। तुरन तो पहलां उन्हां आसा राग विच गाया सी। पगडंडी हुण थोड़ी उपर उठदी जोगियां दे टिकाणियां कोलों लंघ रही सी। इत्थों गल करी ते सुनी जा सकदी सी। बड़े बदलां वांग उड्डे जा रहे हो, किते वरसोंगे भी? कोई रिश्ता छड्ड जाओ संतो। एक जटाधारी ढलान उपरों उलरिया। जान नूं छड्डना क्यों समझदा ए? सब कुछ तुरदे तुरदे चल रहा सी। जोगियां नूं भी तां यादां चाहीदियां ने। गल अगली ढलान ते बैठे जटाधारी ने तोरी। लड़ी एक ही चल रही सी। ਇਹ ਗੁਰੀਏ ਦੀਆਂ 108 ਯਾਦਾਂ ਘੱਟ ਨੇ। ਦੇ ਅੰਦਰ ਕਿੰਨੇ ਗੁਰੀਏ ਨੇ? ਦੇ ਤਾਂ ਅਸੀਂ ਹਾਂ ਹੀ ਨਹੀਂ, ਪਰ ਸਾਡਾ ਤਾਂ ਅਭਿਆਸ ਹੀ ਦੇ ਤੋਂ ਸ਼ੁਰੂ ਹੁੰਦਾ ਏ। ਜਿੱਥੋਂ ਦੇ ਛੁੱਟੇ ਅਸਲੀ ਆਰੰਭ ਉੱਥੋਂ ਹੋਣਾ ਏ। ਕੁਝ ਕਹਿਣ ਨਾਲ ਕੁਝ ਰਹਿ ਨਹੀਂ ਜਾਵੇਗਾ। ਜੇ ਇਹ ਲੱਛਣ ਫੜ ਲਿਆ ਤਾਂ ਇੱਥੇ ਹੀ ਰੁਕ ਜਾ। इस वारी बाबे दी बांह भी उठी सी। मरदाने ने बड़ी कोशिश की किसी तरह सब कुछ सुन लिया जावे ते जो सुन सकिया ओह याद रख सके, पर तलवंडी दियां यादां ने कुछ पलां लई ओहनूं दूर कर दिता सी। इस तरह चलदे चलदे सच बारे सीधी घोषणा सुनन दा थोड़ा मौका उहने गवा दिता सी। पानी दी धारा हाले भी चल रही सी। जी कीता थोड़ा पानी पी लवां। प्यास बुझाउंदे किते अगली गल सुणनों ही ना रह जावे। ओह वगदे पानी दी धारा नूं वेखदा रहा ते अगे चलदे बाबे दी दूरी दा अंदाजा लाउंदा रहा। चुफेरियों हाले भी सवाल जवाब चल रहे सन। उहने एक छिण लई अपनी सतह उपरों अपना आप गुजरदा वेखिया। यह छिण बहुत छोटा सी। अजिहे ही किसे पल नूं बाबा पकड़ना कहंदा है। वगदे पानी दी धारा दे पहाड़ होर नेड़े आ गए सन। सिद्धे खड़े पहाड़ां दे गलां विच तवीतां वांग लटकदियां सिल्लां अगे पानी वल झुकियां दिसदियां सन। ज़्यादातर जोगियां साधां दे डेरे इन्हां सिल्लां उपर ही सन। कोई कोई सिल बिल्कुल सिर तक आ जांदी। किसे जोगी दा पुछिया सवाल बनेरे ते बैठे बंदे वांग जापदा, पर घुमदी पगडंडी एक बार वेखे चेहरे नूं दोबारा ना दिसन देंदी। बहुत कुछ पुछिया जा रहा सी ते बहुत कुछ पुछदे पुछदे रह गया सी, पर बाबा अज रुक नहीं सी रहा। यह संसार नूं अपनी इच्छा नाल छड्ड के आए लोक अपने ही छड्डण दी घिरना नाल सहमत नहीं सी दिसदे, पर उस घिरना नूं अपनी ताकत वजों वरत रहे सन। यह संन्यास नूं उदास करन वाला जगत कदे ठीक जापदा, कदे ठीक नहीं भी जापदा। पर जिस तरह बाबे दा तुरंत संवाद चल रहा सी, मरदाने लई बड़ा रोचक सी। चुफेरे फिर वड्डियां धूणियां दे ढेर दिसन लगे। अगे 8 पहरी मकारबा साधां दे डेरे सन। इत्थे कुछ देर लई संवाद रुक गया। सिर उपर जिद्दी लाड विच गुत्थम गुत्था हुंदियां बदलियां दिसियां। यह सब वगदे पानी दे ही शौक सन जो हुण आसमान विच उड़ रहे सन। फिर बदलां दियां छावां पहाड़ियां उपर चढ़दियां दिसियां। उहनां दे लंघ गए रस्ते उपर कोई निशानी ना दिसदी। अजिहे ही मरदाने नूं अपने बचपन दे दिन याद आए जदों ओह कच्चियां अंबियां नूं मिठियां दी याद विच खांदे सन। अगले कई दिन कच्चियां अंबियां दी खटास
ਸਾਹਾਂ ਨਾਲ ਮਿਲ ਕੇ ਦੰਦਾਂ ਉੱਤੇ ਵੱਜਦੀ ਰਹਿੰਦੀ। ਇਹ ਪੀੜ ਬੜੀ ਅਨੋਖੀ ਹੁੰਦੀ। ਕੁਝ ਦੇਰ ਕੁਝ ਵੀ ਖਾਣ ਨੂੰ ਜੀ ਨਹੀਂ ਸੀ ਕਰਦਾ ਤੇ ਫਿਰ ਆਪਣੇ ਆਪ ਪਤਾ ਨਹੀਂ ਖਟਾਸ ਕਿੱਧਰ ਚਲੇ ਜਾਂਦੀ ਸੀ। ਇਸ ਤਰ੍ਹਾਂ ਹੀ ਖਟਾਸ ਨਾਲ ਭਰੇ ਕੁਝ ਪ੍ਰਸ਼ਨ ਹੁਣ ਪਤਾ ਨਹੀਂ ਕਿਸ ਕੋਲ ਚਲੇ ਗਏ ਸਨ। ਸੰਵਾਦ ਫਿਰ ਸ਼ੁਰੂ ਹੋ ਗਿਆ ਸੀ। ਜਿਉਂਦੀਆਂ ਗੱਦੀਆਂ ਦੇ ਪੀਰ ਹੋ, ਕੁਝ ਪਲ ਠਹਿਰ ਹੀ ਜਾਓ। ਵਧੀ ਹੋਈ ਸਿੱਲ ਤੇ ਬੈਠੇ ਭਗਵੇ ਦੀ ਆਵਾਜ਼ ਕੰਨ ਦੇ ਬਹੁਤ ਨੇੜਿਓਂ ਆਈ। ਸਰੀਰਾਂ ਦੇ ਮੇਲ ਹਮੇਸ਼ਾ ਨਹੀਂ ਰਹਿੰਦੇ। ਕਦੇ ਕਦੇ ਬੀਆਬਾਨਾਂ ਵਿੱਚ ਅਗਲੇ ਮੋੜ ਨੇ ਉਹੀ ਆਵਾਜ਼ ਪਿੱਛੇ ਹੀ ਰੋਕ ਲਈ। ਅੱਗੇ ਪਹਾੜੀਆਂ ਦੇ ਮੂੰਹ ਖੁੱਲ੍ਹਣੇ ਸ਼ੁਰੂ ਹੋ ਗਏ ਸਨ। ਨੇੜੇ ਹੀ ਇੱਕ ਵੱਡੀ ਧਾਰਾ ਦੀ ਕੁਰਬਲ ਕੁਰਬਲ ਸੁਣਨੀ ਸ਼ੁਰੂ ਹੋ ਗਈ ਸੀ, ਜਿੱਥੇ ਪਿੱਛੇ ਰਹਿ ਗਏ ਪਿੰਡਾਂ ਦੀਆਂ ਆਵਾਜ਼ਾਂ ਕੁਝ ਦੂਰੀ ਤੱਕ ਸੁਣਦੀਆਂ ਰਹਿੰਦੀਆਂ ਸਨ। ਇੱਕ ਬਿਰਧ ਸਾਧ ਪਿੱਛੇ ਉਹਦਾ ਜਵਾਨ ਚੇਲਾ ਕਿਸੇ ਲੰਬੀ ਯਾਤਰਾ ਤੋਂ ਥੱਕੇ ਦੁਬਾਰਾ ਅੰਦਰ ਵੜਦੀ ਧਾਰਾ ਵੱਲ ਵੇਖ ਖੁਸ਼ ਹੋ ਰਹੇ ਸਨ। ਮਰਦਾਨੇ ਦਾ ਜੀ ਕੀਤਾ ਕੁਝ ਯਾਤਰਾ ਬਾਰੇ ਪੁੱਛਾਂ, ਪਰ ਉਸ ਤੋਂ ਪਹਿਲਾਂ ਦੋਵੇਂ ਪਹਾੜੀਆਂ ਦੇ ਕਪਾਟ ਖੁੱਲ੍ਹ ਗਏ। ਅੱਗੇ ਪਾਣੀ ਦੀ ਤੇਜ਼ ਚੱਲਦੀ ਧਾਰਾ ਤੇ ਉਸ ਦੇ ਪਾਰ ਦੂਰ ਤੱਕ ਖੁੱਲ੍ਹੇ ਪੱਧਰੇ ਮੈਦਾਨ ਦਿਸਣ ਲੱਗ ਪਏ ਸਨ, ਪਰ ਉਸ ਤੋਂ ਪਹਿਲਾਂ ਤੇਜ਼ ਧਾਰ ਨੂੰ ਪਾਰ ਕਰਕੇ ਹੱਫਿਆ ਸਾਹੋ ਸਾਹ ਹੋਇਆ ਇੱਕ ਬਿਰਧ ਚਿਹਰਾ ਦਿਸਿਆ। ਇੱਕ ਵਾਰ ਤਾਂ ਜਾਪਿਆ ਉਹਨੂੰ ਢੂੰਡਦੀ ਅੰਮੀ ਇੱਥੇ ਤੱਕ ਆ ਪਹੁੰਚੀ ਏ। ਉਹ ਇੱਕ ਸੁੱਟੇ ਹੋਏ ਪੱਥਰ ਨੂੰ ਦੁਬਾਰਾ ਰਸਤੇ ਤੋਂ ਬਾਹਰ ਸੁੱਟਦੀ ਦੋਵਾਂ ਦੇ ਸਾਹਮਣੇ ਆ ਖੜੀ। ਤੁਹਾਡਾ ਬੈਰਾਗ ਕਿੱਥੋਂ ਨਿਕਲਦਾ ਏ ਪੁੱਤ? ਉਹਨੂੰ ਦੁਬਾਰਾ ਬੋਲਣ ਦੇ ਮੌਕੇ ਵਜੋਂ ਬਾਬਾ ਕੁਝ ਨਾ ਬੋਲਿਆ। ਉਹ ਸ਼ਾਇਦ ਹਰ ਵਾਰੀ ਇਹੋ ਸਵਾਲ ਪੁੱਛਦੀ ਸੀ। ਮੈਂ ਵੀ ਆਪਣੇ ਪੁੱਤ 'ਚੋਂ ਵੈਰਾਗ ਕੱਢਣਾ ਏ। ਹਰ ਵਾਰੀ ਪਹਾੜੀਆਂ ਤੋਂ ਉਤਰਨ ਨੂੰ ਇਨਕਾਰ ਕਰ ਦਿੰਦਾ ਏ। ਵਾਰ-ਵਾਰ ਮੈਤੋਂ ਵੀ ਇਹ ਚੜ੍ਹਾਈਆਂ ਨਹੀਂ ਚੜ੍ਹੀਆਂ ਜਾਣੀਆਂ। ਬਾਬਾ ਹਾਲੇ ਵੀ ਉਹਦੇ ਲਈ ਚੁੱਪ ਸੀ। ਪਹਿਲਾਂ ਗਰਮ ਕੋਲੇ ਆਪਣੇ ਉੱਤੇ ਪਾਉਂਦਾ ਰਿਹਾ, ਹੁਣ ਆਪਣੇ ਚੇਲਿਆਂ ਉੱਤੇ ਪਾ ਰਿਹਾ। ਨਾ ਦੱਸੋ ਫਕੀਰੋ, ਮਾਵਾਂ ਤੁਹਾਨੂੰ ਇਹੋ ਸਿਖਾ ਕੇ ਤੋਰਿਆ? ਪਹਿਲੀ ਹੀ ਕਿਣੀ ਬਿਰਧ ਚਿਹਰੇ ਉੱਤੇ ਡਿੱਗੀ। ਅਸਮਾਨ ਵੱਲ ਵੇਖਿਆ, ਫਿਰ ਬੱਦਲਵਾਈ ਹੋ ਗਈ ਸੀ। ਉਹ ਬਿਰਧ ਚਿਹਰਾ ਕਿਸੇ ਉਮੀਦ ਵਿੱਚ ਚੜ੍ਹਾਈ ਚੜ੍ਹਨ ਲੱਗਾ। ਅੱਗੇ ਵਗਦੀ ਧਾਰਾ ਦੇ ਕੰਢੇ ਇੱਕ ਘਰਾਟ ਚੱਲ ਰਿਹਾ ਸੀ। ਚਲਾਉਣ ਵਾਲਾ ਪਾਣੀ ਕਿਤੇ ਦੂਰੋਂ ਪਹਾੜਾਂ ਉੱਪਰੋਂ ਸਫ਼ਰ ਕਰਦਾ ਆਇਆ ਸੀ। ਉਹਨੂੰ ਪਤਾ ਹੀ ਨਹੀਂ ਸੀ ਕਿਸੇ ਨੇ ਉਹਨੂੰ ਪਾਣ ਚੱਕੀ ਲਈ ਵਰਤ ਲਿਆ ਏ। ਉਹ ਜਿਹੋ ਜਿਹੇ ਆਕਾਰ ਨਾਲ ਆਇਆ ਸੀ, ਉਹੋ ਜਿਹੇ ਆਕਾਰ ਨਾਲ ਹੁਣ ਵੀ ਵਹਿ ਰਿਹਾ ਸੀ। ਪਰ ਘਰਾਟ ਆਪਣੀ ਕਠੋਰ ਆਵਾਜ਼ ਨਾਲ ਕੁਝ ਪੀਸਦਾ ਤੇ ਕੁਝ ਪੀਸਣ ਲਈ ਆਪਣੇ ਵੱਲ ਖਿੱਚਦਾ। ਕਿਸੇ ਤਰਲ ਧਾਰਾ ਦੇ ਵੇਗ ਨਾਲ ਦੋ ਠੋਸ ਪੁੜ ਆਪਸ ਵਿੱਚ ਰਗੜ ਖਾਂਦੇ ਗਰਮ ਹੋ ਰਹੇ ਸਨ, ਪਰ ਪਾਣੀ ਆਪਣੀ ਸਾਦਗੀ ਨਾਲ ਵਹਿੰਦਾ ਥੋੜ੍ਹੀ ਦੂਰੀ ਤੇ ਵੱਡੀ ਧਾਰਾ ਵਿੱਚ ਜਾ ਮਿਲਦਾ।